गवर्नमेंट ने इक्को बारी लिस्ट कड्डी, हुण उन्होंने ही रेप्लीकेट कर रही है। फिर जे पता ही है कि यही बंदियां दा केस लगना है लेट से अगले 2017 तक, तो फिर क्यों हर बारी सरकारी मशीनरी का इस्तेमाल करना, इंफ्रास्ट्रक्चर यूज़ करना, क्लाइंट नूं भी हरासमेंट। जे मैनूं पता मेरा 2017 तक मेरे ही हर साल मेरा नंबर आना है, तो मैनूं अज ही क्यों नहीं ऑप्शन दे दी जाती। ਉਹਦੇ ਲਈ ਇਹ ਕੀਤਾ ਜਾ ਸਕਦਾ ਕਿ ਉਹ ਇਨ ਐਡਵਾਂਸ ਹੀ ਸਾਰੇ ਸਾਲਾਂ ਦੀ ਲਿਸਟ ਵੀ ਹੁਣੇ ਪੋਰਟਲ ਦੇ ਉੱਤੇ ਪਵਾ ਦੇਣ ਔਰ ਕੇਸ ਲਗਾ ਦਿੱਤੇ ਜਾਣ, ਤਾਂ ਕਿ ਫਿਰ ਜਿਹਦਾ ਕੇਸ ਪਹਿਲਾਂ ਹੈਗਾ ਉਹ ਜਲਦੀ ਤੋਂ ਜਲਦੀ ਸਾਰੇ ਕੇਸ ਨਿਬੜ ਸਕਣ। ਕੋਵਿਡ ਆ ਗਿਆ, 2 ਸਾਲ ਸਭ ਦੇ ਵੇਸਟ ਹੋ ਗਏ, 2 ਸਾਲ ਅਸੀਂ ਇੱਕ ਦੂਜੇ ਨਾਲ ਡਿਸਕਨੈਕਟ ਹੋ ਗਏ, ਕਲਾਇੰਟਸ ਬਚੇ ਹੀ ਨਹੀਂ, ਉਹਨਾਂ ਦੇ ਬਿਜ਼ਨਸ ਖਤਮ ਹੋ ਗਏ ਜਾਂ ਬਹੁਤ ਸਾਰੇ ਇੱਦਾਂ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਸਰਕਾਰ ਨੂੰ ਵੀ ਚਾਹੀਦਾ ਕਿ ਸਾਨੂੰ ਇੱਕ ਨੈਕਸਟ ਲੈਵਲ ਤੇ ਜਾ ਕੇ ਸੋਚਣ ਦੀ ਲੋੜ ਹੈ। ਇਹ ਸਟੈਚੂਟਰੀ ਪ੍ਰੋਵੀਜ਼ਨਸ ਨੇ, ਇਮੀਡੀਏਟਲੀ ਕੋਈ ਸਰਕਾਰ ਜੇ ਚਾਹੇ ਤਾਂ ਐਜ਼ ਸੱਚ ਕੁਝ ਨਹੀਂ ਕਰ ਸਕਦੀ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर रूबरू हो रहे हैं, तो अज का साडा जिहड़ा टॉपिक है वो एक बार फिर हैगा वैट। जी हाँ, वैट दे जिहड़े रिफंड सीगे, वैट दे जिहड़े असैसमेंट सीगियां वो सारिਆਂ ਲਈ पिछे नोटिस आए सीगे जिहड़े स्टेट ਜਿਹੜੇ GST डिपार्टमेंट ਵੱਲੋਂ, और ਉਹਦੇ ਵਿੱਚ ਵੈਟ ਦੇ ਅਲੱਗ-ਅਲੱਗ ਈਅਰ ਦੀ ਅਸੈਸਮੈਂਟ ਦੇ ਬਾਰੇ ਨੋਟੀਫਿਕੇਸ਼ਨ ਵੀ ਆਇਆ। 75,000 ਲੋਕਾਂ ਨੂੰ, ਵਪਾਰੀਆਂ ਨੂੰ ਨੋਟਿਸ ਆਏ ਸੀ। ਤੇ ਉਸ ਤੋਂ ਬਾਅਦ ਖੈਰ ਸਰਕਾਰ ਵੱਲੋਂ ਜਿਹੜਾ ਵਨ ਟਾਈਮ ਪਾਲਿਸੀ ਲਿਆਈ ਗਈ। ਸੋ ਇਹ ਸਾਰੇ ਮਾਮਲੇ 'ਚੋਂ ਵਨ ਟਾਈਮ ਪਾਲਿਸੀ ਦਾ ਕੀ ਬੈਨੀਫਿਟ ਹੋਇਆ, ਲੋਕਾਂ ਤੱਕ ਉਹਦਾ ਬੈਨੀਫਿਟ ਪਹੁੰਚਿਆ ਜਾਂ ਨਹੀਂ ਪਹੁੰਚਿਆ, ਸਾਰੇ ਮਾਮਲੇ 'ਚ ਅਸੀਂ ਪਹੁੰਚੇ। ਅੱਜ ਗੱਲਬਾਤ ਕਰਾਂਗੇ CA ਅਸ਼ੋਕ ਭਾਟੀਆ ਜੀ ਨਾਲ। ਸੋ ਪੁੱਛਦੇ ਹਾਂ ਕਿ ਕੀ ਉਹਦਾ ਇੰਪਲੀਮੈਂਟੇਸ਼ਨ ਕਿੱਦਾਂ ਦੀ ਹੋਈ ਔਰ ਕੀ ਬੈਨੀਫਿਟ ਹੋਇਆ। ਨਮਸਕਾਰ ਸਰ। ਨਮਸਕਾਰ ਜੀ, ਸ਼ੁਕਰੀਆ ਜੀ। ਜਿਹੜਾ ਇਸ਼ੂ ਹੈ ਜਿਹੜਾ ਤੁਸੀਂ ਉਠਾਇਆ ਵੈਟ ਰਿਫੰਡ ਔਰ ਵੈਟ ਅਸੈਸਮੈਂਟ ਦੇ ਨਾਲ, ਉਹਦੇ ਨਾਲ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਵੈਟ ਰਿਫੰਡ ਜਿਹੜੇ ਨੇ ਉਹ ਜਿਸ ਵੇਲੇ ਵੀ ਅਸੀਂ ਅਪਲਾਈ ਕਰਦੇ ਹਾਂ ਜਾਂ ਜਿਹੜੇ ਵੀ ਡੀਲਰ ਦਾ ਰਿਫੰਡ ਨਿਕਲਦਾ ਉਹ ਅਪਲਾਈ ਕਰਨਾ ਹੁੰਦਾ ਉਹਦਾ, ਤਾਂ ਉਹ ਡਿਪਾਰਟਮੈਂਟ ਵੱਲੋਂ ਆਪਣੇ ਪੂਰੇ ਪ੍ਰੋਸੀਜਰ ਤੋਂ ਬਾਅਦ ਰਿਫੰਡ ਜਾਰੀ ਹੁੰਦਾ ਹੈ ਔਨ ਪੇਪਰਸ। ਲੇਕਿਨ ਆਮ ਤੌਰ ਦੇ ਉੱਤੇ ਉਹ ਗਵਰਨਮੈਂਟ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਡੀਲਰ ਦੇ ਅਕਾਊਂਟ ਦੇ ਵਿੱਚ ਪੈਸੇ ਪਹੁੰਚਣ 'ਚ ਬਹੁਤ ਜ਼ਿਆਦਾ ਦੇਰ ਲੱਗਦੀ ਹੈ। ਔਰ ਅੱਜ ਕੱਲ੍ਹ ਕੋਵਿਡ ਦੇ ਜ਼ਮਾਨੇ 'ਚ ਜਦੋਂ ਕਿ ਫਾਈਨਾਂਸ ਦੀ ਸਾਰੇ ਵਪਾਰੀਆਂ ਨੂੰ ਲੋੜ ਹੈ, ਜੇ ਸਰਕਾਰ ਵੈਟ ਰਿਫੰਡ ਉਹਨਾਂ ਦੇ ਖਾਤੇ ਦੇ ਵਿੱਚ ਜਲਦੀ ਤੋਂ ਜਲਦੀ ਪਾਏ ਤਾਂ ਇਹ ਬਹੁਤ ਵਧੀਆ ਗੱਲ ਹੋਏਗੀ। ਔਰ ਹਰ ਇੰਡਸਟਰੀ ਨੂੰ ਇਹ ਜਿਹੜੀ ਸਹਾਇਤਾ ਦੀ ਲੋੜ ਹੈ ਉਹਨੂੰ ਟਾਈਮਲੀ ਜੇ ਮਿਲ ਜਾਏ ਤਾਂ ਬੜੀ ਸ਼ਲਾਘਾਯੋਗ ਗੱਲ ਹੋਏਗੀ। ਐਕਚੁਅਲੀ ਜੋ ਪਤਾ ਲੱਗਦਾ ਹੈ ਦੇਖਣ 'ਤੇ ਉਹ ਇਹ ਪਤਾ ਲੱਗਦਾ ਹੈ ਕਿ ਸਰਕਾਰੀ ਡਿਪਾਰਟਮੈਂਟ ਇਹ ਕਹਿੰਦੇ ਨੇ ਕਿ ਇਹ ਪੈਸੇ ਉੱਪਰੋਂ ਆਉਣੇ ਹੁੰਦੇ ਨੇ ਔਰ ਉਹ ਪੈਸੇ ਜਿੰਨੀ ਦੇਰ ਤੱਕ ਚੰਡੀਗੜ੍ਹ ਤੋਂ ਨਹੀਂ ਆਉਣਗੇ ਉਨੀ ਦੇਰ ਤੱਕ ਟਰੈਜਰੀ ਵਾਲੇ ਇਹ ਪੈਸੇ ਪਾ ਨਹੀਂ ਸਕਦੇ। ਬੇਸ਼ੱਕ ਸਰਕਾਰ ਸੇਲ ਟੈਕਸ ਡਿਪਾਰਟਮੈਂਟ ਜਾਂ ਵੈਟ ਡਿਪਾਰਟਮੈਂਟ ਇਹ ਕਾਗਜ਼ੀ ਤੌਰ ਦੇ ਉੱਤੇ ਰਿਫੰਡ ਕਲੀਅਰ ਕਰ ਦਿੰਦਾ ਹੈ ਜਾਂ ਰਿਫੰਡ ਫਾਈਲਾਂ ਕਲੀਅਰ ਕਰ ਦਿੰਦਾ ਹੈ, ਲੇਕਿਨ ਡੀਲਰ ਨੂੰ ਚੂੰਕਿ ਪੈਸਿਆਂ ਨਾਲ ਮਤਲਬ ਹੈ ਤਾਂ ਉਹਦੇ ਪੈਸੇ ਇਸ ਖਾਤੇ 'ਚ ਇਸ ਕਰਕੇ ਨਹੀਂ ਆਉਂਦੇ ਕਿਉਂਕਿ ਸਰਕਾਰ ਉੱਪਰੋਂ ਭੇਜਦੀ ਨਹੀਂ। ਅਸੀਂ ਇਹ ਚਾਹੁੰਦੇ ਹਾਂ ਕਿ ਇਹ ਸਰਕਾਰ ਜਦੋਂ ਰਿਫੰਡ ਜਾਰੀ ਹੋ ਜਾਏ ਤਾਂ ਉਸ ਤੋਂ ਬਾਅਦ ਡੀਲਰ ਦੇ ਅਕਾਊਂਟ ਦੇ ਵਿੱਚ ਪੈਸੇ ਜਲਦੀ ਤੋਂ ਜਲਦੀ ਪਾਉਣ ਦੀ ਕਿਰਪਾਲਤਾ ਕਰੇ, ਤਾਂ ਕਿ ਵਪਾਰੀ ਨੂੰ ਜਦੋਂ ਪੈਸੇ ਦੀ ਲੋੜ ਹੈ ਉਹਨੂੰ ਉਸ ਵੇਲੇ ਲੋੜ ਦੇ ਸਮੇਂ ਪੈਸੇ ਮਿਲ ਜਾਣ। ਦੂਸਰਾ ਕੁਐਸਚਨ ਤੁਸੀਂ ਉਠਾਇਆ ਵੈਟ ਅਸੈਸਮੈਂਟ ਬਾਰੇ, ਅਤੇ ਵੈਟ ਅਸੈਸਮੈਂਟ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਨੇ ਪਿੱਛੇ 20-12 ਸ਼ਾਇਦ ਡੇਟ ਸੀਗੀ ਲਾਸਟ ਡੇਟ, ਜਦੋਂ ਇਹਨਾਂ ਨੇ 15-12 ਲਾਸਟ ਡੇਟ ਸੀ ਜਿਹੜੀ ਇਹਨਾਂ ਨੇ 13-14 ਅਸੈਸਮੈਂਟ ਈਅਰ ਦੇ ਫਾਈਨੈਂਸ਼ੀਅਲ ਈਅਰ ਦੀ ਅਸੈਸਮੈਂਟ ਕੰਪਲੀਟ ਕਰਨੀ ਸੀ ਔਰ ਉਹ ਕੀਤੀ। ਹੁਣ 14-15 ਦੇ ਵੀ ਨੋਟਿਸ ਕਾਫੀ ਕੱਢ ਦਿੱਤੇ ਗਏ, ਲੇਕਿਨ ਇਹ ਕਰੋਨਾ ਦੀ ਵਜ੍ਹਾ ਕਰਕੇ ਮੈਂ ਇਹਦੇ ਵਿੱਚ ਪੁੱਛਣਾ ਚਾਹਾਂਗਾ ਜਿਹੜੀ ਇਹ ਵਨ ਟਾਈਮ ਪਾਲਿਸੀ ਆਈ ਸੀ ਸੈਟਲਮੈਂਟ, ਇਹ ਇੱਕੋ ਸਾਲ ਲਈ ਸੀ? ਇਹ ਇੱਦਾਂ ਨਹੀਂ ਸੀ ਕਿ ਜਿੰਨਾ ਸੀਗਾ ਉਹ ਸਾਰੇ ਦੇ ਲਈ ਸੀਗੀ ਜਾਂ ਉੱਦਾਂ ਦੀ ਪੋਸੀਬਲ ਨਹੀਂ ਸੀਗੀ? ਮੈਂ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਨਫੈਕਟ ਕੋਈ ਵਨ ਟਾਈਮ ਪਾਲਿਸੀ ਐਜ਼ ਸੱਚ ਨਹੀਂ ਅਸੀਂ ਕਹਿ ਸਕਦੇ। ਇਹਨਾਂ ਨੇ ਇਹ ਅਸੈਸਮੈਂਟਾਂ ਜਿਹੜੀਆਂ ਕਰਨੀਆਂ ਸੀ ਸਾਰੇ ਡੀਲਰਾਂ ਦੀਆਂ ਨਹੀਂ ਕਰਨੀਆਂ ਸੀ, ਲੇਕਿਨ ਇੱਕ ਸਿਸਟਮ ਦੇ ਆਧਾਰ ਦੇ ਨਾਲ ਕੁਝ ਡੀਲਰ ਕੱਢੇ ਜਾਂਦੇ ਨੇ, ਟ੍ਰੇਡ ਵਾਈਜ਼ ਕੱਢੇ ਜਾਂਦੇ ਨੇ, ਜਿੱਦਾਂ ਪੰਜਾਬ ਸਰਕਾਰ ਦੀ ਪਾਲਿਸੀ ਹੁੰਦੀ ਹੈ ਉਹਦੇ ਮੁਤਾਬਕ। ਲੇਕਿਨ ਇਹਦੇ 'ਚ ਇੱਕ ਜੋ ਗੱਲ ਧਿਆਨ ਦੇਣ ਵਾਲੀ ਹੈ ਉਹ ਇਹ ਹੈ ਕਿ 12-13 ਦੇ ਜਿਹੜੇ ਡੀਲਰ ਨਿਕਲੇ ਉਹਨਾਂ ਦੇ ਹੀ ਨੋਟਿਸ ਦੁਬਾਰਾ 13-14 ਦੇ ਵੀ ਚਲੇ ਗਏ। ਉਹਨਾਂ ਦੀਆਂ ਅਸੈਸਮੈਂਟਾਂ ਹੋਈਆਂ 12-13 'ਚ ਵੀ ਉਹਨਾਂ ਦੀਆਂ ਹੋਈਆਂ, 13-14 ਦੀ ਵੀ ਉਹਨਾਂ ਦੀਆਂ, ਹੁਣ 14-15 ਦੇ ਵਿੱਚ ਵੀ ਉਹਨਾਂ ਦੇ ਹੀ ਨਾਂ ਦੇ ਨੋਟਿਸ ਜਾਰੀ ਕੀਤੇ ਗਏ ਨੇ। ਹੁਣ ਵਪਾਰੀ ਲੋਕ ਇਸ ਗੱਲ ਤੋਂ ਲੈ ਕੇ ਕਈ ਵਾਰੀ ਬੜੇ ਪਰੇਸ਼ਾਨ ਹੁੰਦੇ ਨੇ ਕਿ ਸਾਡਾ ਹੀ ਕੇਸ ਬਾਰ-ਬਾਰ ਕਿਉਂ ਲੱਗਦਾ ਹੈ ਜੀ। ਤਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਇਹ ਸਰਕਾਰ ਦੀ ਜਿਹੜੀ ਪਾਲਿਸੀ ਉਹਦੇ ਅਧੀਨ ਹੈ, ਤਾਂ ਸਾਨੂੰ ਇਹ ਪੁੱਛਦੇ ਨੇ ਕਿ ਇਹ ਪਾਲਿਸੀ ਚੇਂਜ ਕਿਉਂ ਨਹੀਂ ਕਰਦੀ ਸਰਕਾਰ, ਕਿਉਂਕਿ ਹਰ ਵਾਰੀ ਜਿਹੜੇ ਡੀਲਰ ਬਚ ਗਏ ਉਹ ਉਸ ਤਰ੍ਹਾਂ ਹੀ ਬਚੀ ਜਾਂਦੇ ਨੇ, ਔਰ ਜਿਹੜੇ
ਇੱਕ ਵਾਰੀ ਸਿਲੈਕਸ਼ਨ 'ਚ ਆ ਗਏ ਪ੍ਰੋਸੀਜਰ ਦੇ ਵਿੱਚ, ਉਹ ਉਸ ਡੀਲਰ ਨੂੰ ਬਾਰ-ਬਾਰ ਉਹ ਕੇਸ ਭੁਗਤਣਾ ਪੈਂਦਾ ਹੈ। ਲੇਕਿਨ ਚੂੰਕਿ ਇਹ ਸਰਕਾਰ ਦੀ ਪਾਲਿਸੀ ਹੈ, ਨਾ ਤਾਂ ਲੋਕਲ ਡਿਪਾਰਟਮੈਂਟ ਇਹਦੇ 'ਚ ਕੁਝ ਕਰ ਸਕਦਾ ਹੈ, ਨਾ ਅਸੀਂ ਲੋਕ ਕੁਝ ਕਰ ਸਕਦੇ ਹਾਂ। ਇਸ ਕਰਕੇ ਸਾਨੂੰ ਉਹੀ ਡੀਲਰਾਂ ਦੇ ਕੇਸ ਅਸੈਸਮੈਂਟ ਲਈ ਪੇਸ਼ ਹੋਣਾ ਪੈਂਦਾ ਹੈ, ਉਹਨਾਂ ਨੂੰ ਡੀਲਰਾਂ ਨੂੰ ਵੀ ਪੇਸ਼ ਹੋਣਾ ਪੈਂਦਾ ਔਰ ਸਾਨੂੰ ਵੀ ਉਹਨਾਂ ਦੇ ਨਾਲ ਜਾਣਾ ਪੈਂਦਾ ਹੈ। ਪਰ ਸਰ ਲੋਕਾਂ ਦੇ ਵਿੱਚ ਤਾਂ ਇਹ ਇਦਾਂ ਦੀ ਧਾਰਨਾਵਾਂ ਜਾਂ ਚਰਚਾਵਾਂ ਵੀ ਹੈਗੀਆਂ ਕਿ ਸ਼ਾਇਦ ਕਿਤੇ ਨਾ ਕਿਤੇ ਅੱਜ ਦੇ ਟਾਈਮ 'ਚ ਕਈ, ਮੈਂ ਸਾਰੇ ਨਹੀਂ, ਕਈ ਪ੍ਰੋਫੈਸ਼ਨਲਸ ਹੈਗੇ ਉਹ ਆਪ ਹੀ ਕੇਸ ਲਗਵਾ ਦਿੰਦੇ ਆ। ਮੈਂ ਸਾਰੇ ਪ੍ਰੋਫੈਸ਼ਨਲ ਭਰਾਵਾਂ ਤੇ ਨਹੀਂ ਗੱਲ ਕਰ ਰਿਹਾ, ਪਰ ਇਦਾਂ ਦੀ ਧਾਰਨਾਵਾਂ ਹੈਗੀਆਂ ਲੋਕਾਂ 'ਚ। ਇਹ ਲੱਗਦਾ ਹੈ ਕਿਉਂਕਿ ਬਾਰ-ਬਾਰ ਉਹੀ ਬੰਦਿਆਂ ਦਾ ਕੇਸ ਕਿਉਂ ਲੱਗਦਾ, ਉਹ ਲੋਕਾਂ ਦੇ ਵਿੱਚ ਇਹ ਕਹਿੰਦੇ ਨਹੀਂ ਤਾਂ ਦੇਖੋ ਜੀ, ਜੇ ਇੱਕ ਪਾਸੇ ਇਹ ਕਿਹਾ ਜਾਂਦਾ ਹੈ ਕਿ ਕੰਪਿਊਟਰ ਸਿਸਟਮ ਹੈ, ਕੈਸ਼ ਸਿਸਟਮ ਹੁੰਦਾ ਜਿਵੇਂ ਇਨਕਮ ਟੈਕਸ ਅਲੱਗ-ਅਲੱਗ ਅਸੈਸਮੈਂਟ ਈਅਰ 'ਚ ਅਲੱਗ-ਅਲੱਗ ਬੰਦਿਆਂ ਦਾ ਲੱਗਦਾ, ਪਰ ਇੱਥੇ ਇੱਕੋ ਹੀ ਬੰਦੇ ਦਾ ਬਾਰ-ਬਾਰ ਲੱਗਦਾ। ਸੋ ਇਦਾਂ ਦੀਆਂ ਧਾਰਨਾਵਾਂ ਬਣੀਆਂ ਹੋਈਆਂ, ਪਤਾ ਨਹੀਂ ਕਿੰਨੀਆਂ ਸੱਚ ਹੈ, ਤੁਸੀਂ ਦੱਸ ਸਕਦੇ ਹੋ। ਨਹੀਂ, ਇਹਦੇ 'ਚ ਧਾਰਨਾਵਾਂ ਦੇ ਬਾਰੇ 'ਚ ਮੈਂ ਇਹ ਕਹਿਣਾ ਚਾਹੂੰਗਾ ਕਿ ਇਹਦੇ 'ਚ ਪ੍ਰੋਫੈਸ਼ਨਲ ਜਾਂ ਡਿਪਾਰਟਮੈਂਟ ਦਾ ਇਸ਼ੂ ਜਿਹੜਾ ਹੈਗਾ, ਉਹ ਡਿਪਾਰਟਮੈਂਟ ਅਫੀਸ਼ੀਅਲਸ ਆ, ਉਹ ਇਹਦੇ 'ਚ ਕੁਝ ਨਹੀਂ ਕਰ ਸਕਦੇ ਕਿਉਂਕਿ ਇਹ ਲਿਸਟ ਆਲਰੇਡੀ ਵੈਬਸਾਈਟ ਦੇ ਉੱਤੇ ਪਬਲਿਸ਼ ਹੋਈ ਹੋਈ ਹੈ ਔਰ ਪੋਰਟਲ ਦੇ ਉੱਤੇ ਦਿਖਾਈ ਦਿੰਦੀ ਹੈ, ਔਰ ਉਹ ਲਿਸਟ ਉਹੀ ਹੈ ਜਿਹੜੀ ਪਿਛਲੇ ਸਾਲ 'ਚ ਵੀ ਸੀਗੀ। ਤਾਂ ਇਸ ਕਰਕੇ ਮੈਂ ਉਹੀ ਕੁਐਸਚਨ ਹੈ ਸਰ, ਕੁਐਸਚਨ ਇੱਥੇ ਹੀ ਰੇਜ਼ ਹੁੰਦਾ ਹੈ ਕਿ ਹਰ ਸਾਲ ਸੇਮ ਕੰਪਨੀਜ਼ ਦਾ ਜਿਹੜਾ ਹੈਗਾ ਨਾਮ ਕਿਉਂ ਆਉਂਦਾ, ਤਾਂ ਕਰਕੇ ਸ਼ੱਕ ਹੁੰਦਾ। ਅਸੀਂ ਵੀ ਇਸ ਲਈ ਨਹੀਂ ਕਹਿ ਰਹੇ ਕਿਉਂਕਿ ਜੇ ਕੰਪਿਊਟਰ ਕੱਢਦਾ ਹੈ, ਜਿੱਦਾਂ ਉਹ ਕਹਿੰਦੇ ਡਿਪਾਰਟਮੈਂਟ ਵਾਲੇ ਕਿ ਕੰਪਿਊਟਰ ਕੱਢਦੇ ਆ, ਤੇ ਫਿਰ ਤਾਂ ਕੰਪਿਊਟਰ ਨੂੰ ਕਿੱਦਾਂ ਪਤਾ ਕਿ ਇਹ ਸੇਮ ਬੰਦਾ, ਉਹ ਤਾਂ ਆਰਟੀਫਿਸ਼ੀਅਲ ਹੈ। ਨਹੀਂ, ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਨਫੈਕਟ ਜਿਹੜੀ ਲਿਸਟ ਇੱਕ ਵਾਰੀ ਕੱਢੀ ਗਈ ਸੀ ਉਸ ਤੋਂ ਬਾਅਦ ਦੁਬਾਰਾ ਨਹੀਂ ਕੱਢੀ ਗਈ, ਉਹੀ ਰਿਪੀਟ ਹੋ ਰਹੀ ਹੈ ਹਰ ਸਾਲ 'ਚ। ਤੇ ਇਹਦੇ ਲਈ ਜੇ ਡੀਲਰਸ ਜਿਹੜੇ ਨੇ, ਜੇ ਉਹਨਾਂ ਦੀਆਂ ਸ਼ੰਕਾ ਦਾ ਨਿਵਾਰਨ ਕਰਨਾ ਹੋਵੇ ਤਾਂ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਾਂ ਡਿਪਾਰਟਮੈਂਟ ਨੂੰ ਕਿ ਉਹ ਲਿਸਟ ਹਰ ਵਾਰ ਨਵੀਂ ਕੱਢੇ, ਹਰ ਸਾਲ ਲਈ ਨਵੀਂ ਕੱਢੇ, ਤਾਂ ਕਿ ਹਰ ਬੰਦੇ ਦਾ ਚਾਂਸ ਹੋਵੇ ਸਿਲੈਕਟ, ਉਹਦਾ ਕੇਸ ਸਿਲੈਕਟ ਹੋਣ 'ਚ ਜ਼ਿਆਦਾ ਬੰਦੇ ਫੜੇ ਜਾ ਸਕਣ। ਜੇ ਕੁਝ ਨਹੀਂ, ਭਾਵੇਂ ਨੰਬਰ ਆਫ ਪਰਸਨਸ ਉਨੇ ਹੀ ਹੋਣ, ਲੇਕਿਨ ਹਰ ਬੰਦੇ ਦੀ ਪ੍ਰੋਬੇਬਿਲਿਟੀ ਹੋਏ ਔਰ ਹਾਂ ਉਹਦਾ ਚਾਂਸ ਹੋਏ ਕਿ ਉਹਦਾ ਵੀ ਨਾਮ ਆ ਸਕਦਾ ਹੈ, ਔਰ ਇਸ ਕਰਕੇ ਉਹ ਬੰਦੇ ਫਿਰ ਬਦਲ ਜਾਣਗੇ। ਨੰਬਰ ਆਫ ਕੇਸਿਸ ਉਨੇ ਹੀ ਰਹਿਣਗੇ, ਲੇਕਿਨ ਇਹ ਹੈ ਕਿ ਪਰਸਨਸ ਕਿਸੇ ਹੋਰ ਦੇ ਆ ਜਾਣਗੇ, ਕਿਸੇ ਹੋਰ ਦਾ ਅਗਲੇ ਸਾਲ ਲਈ ਆ ਜਾਏਗਾ। ਉਹਦੇ ਲਈ ਇਹ ਵੀ ਹੋ ਸਕਦਾ ਹੈ ਕਿ ਹਰ ਸਾਲ ਲਈ ਨਵੇਂ ਸਿਰੇ ਦੀ ਸਿਲੈਕਸ਼ਨ ਕੀਤੀ ਜਾਏ, ਨਵੇਂ ਸਿਰੇ ਤੋਂ, ਔਰ ਇਨ ਐਡਵਾਂਸ ਹੀ ਕਰ ਦਿੱਤੀ ਜਾਏ, ਤਾਂ ਕਿ ਹਰ ਸਾਲ ਫਿਰ ਚੇਂਜ ਕਰਨ ਦੀ ਲੋੜ ਨਾ ਪਏ। ਔਰ ਪਹਿਲਾਂ ਹੀ ਜੇ ਪਬਲਿਸ਼ ਹੋਏਗੀ ਤੇ ਬੰਦਾ ਉਹਨੂੰ ਉਨਾ ਟਾਈਮ ਮਿਲ ਜਾਏਗਾ ਆਪਣੇ ਕੇਸ ਤਿਆਰ ਕਰਨ ਵਾਸਤੇ ਕਿ ਮੇਰਾ ਕੇਸ ਵੀ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਲੱਗਣ ਵਾਲਾ ਹੈ, ਤਾਂ ਉਹਦੀ ਤਿਆਰੀ ਉਹ ਹੁਣੇ ਤੋਂ ਹੀ ਸ਼ੁਰੂ ਕਰ ਸਕੇਗਾ। ਜੇ ਉਹ ਇਸ ਤਰ੍ਹਾਂ ਕੀਤਾ ਜਾਏ ਤੇ ਡਿਪਾਰਟਮੈਂਟ ਲਈ ਵੀ, ਪ੍ਰੋਫੈਸ਼ਨਲ ਲਈ ਵੀ ਔਰ ਡੀਲਰ ਲਈ ਵੀ ਵਧੀਆ ਲੱਗੇਗਾ, ਉਹਨਾਂ ਨੂੰ ਆਰਾਮ ਰਹੇਗਾ। ਤੇ ਇੱਕ ਜਿਹੜਾ ਸੀ ਇਹ ਪੁੱਛਿਆ ਸੀਗਾ ਕਿ ਇਹ ਜਿਵੇਂ ਵਨ ਟਾਈਮ ਸੀਗੀ ਪਾਲਿਸੀ, ਸੋ ਇਹ ਵਨ ਟਾਈਮ ਜਿਵੇਂ 13-14 ਦੇ ਅਸੈਸਮੈਂਟ ਲਈ ਸੀ ਜਾਂ ਇਹ 17 ਤੱਕ ਜਦ ਤੱਕ ਹੋਣੇ ਆ ਉਦੋਂ ਤੱਕ ਲਈ ਵਨ ਟਾਈਮ ਪਾਲਿਸੀ ਸੀ? ਨਹੀਂ, ਇਹ ਮੈਂ ਜਿਵੇਂ ਅੱਗੇ ਵੀ ਕਿਹਾ ਕਿ ਐਜ਼ ਸੱਚ ਕੋਈ ਪਾਲਿਸੀ ਨਹੀਂ ਹੈ, ਗਵਰਨਮੈਂਟ ਦੀ ਡਿਸਕ੍ਰਿਸ਼ਨ ਹੈ, ਬਣ ਸਕਦੀ ਹੈ। ਹਾਂ, ਇਹ ਹੈ ਕਿ ਇੱਕ ਵਾਰੀ ਹਰ ਸਾਲ ਦੇ ਲਈ ਜਦੋਂ ਉਹਨਾਂ ਨੇ ਕੇਸ ਲਗਾਉਣੇ ਨੇ, ਉਹ ਡਿਫਰੈਂਟ ਸਿਸਟਮ ਦੇ ਨਾਲ, ਡਿਫਰੈਂਟ ਤਰੀਕੇ ਦੇ ਨਾਲ, ਜਿਹਦੇ ਨਾਲ ਹਰ ਬੰਦੇ ਦਾ ਚਾਂਸ ਹੋਵੇ, ਹਰ ਸਾਲ ਦੇ ਲਈ ਅਲੱਗ-ਅਲੱਗ ਲਿਸਟ ਬਣਾ ਸਕਦੇ ਨੇ ਔਰ ਕੱਢ ਸਕਦੇ ਨੇ। ਜਿਵੇਂ ਮੈਂ ਦੱਸਿਆ ਕਿ ਉਹਨਾਂ ਨੂੰ ਆਰਾਮ ਰਹੇਗਾ ਔਰ ਐਸਐਸਸੀ ਆਰਾਮ ਨਾਲ, ਉਹਨੂੰ ਕਾਫੀ ਟਾਈਮ ਮਿਲ ਜਾਏਗਾ, ਉਹਨੂੰ ਪਤਾ ਲੱਗ ਜਾਏਗਾ ਕਿ ਮੇਰਾ ਵੀ ਕੇਸ ਲੱਗਿਆ ਹੋਇਆ, ਔਰ ਪਾਲਿਸੀ ਉਸ ਉਹਨੇ ਬੰਦਿਆਂ ਦੀ ਸਿਰਫ ਕੇਸ ਲੱਗਣਗੇ, ਬਾਕੀ ਬੰਦੇ ਸਾਰੇ ਫ੍ਰੀ ਹੋ ਜਾਣਗੇ ਔਰ ਗਵਰਨਮੈਂਟ ਨੂੰ ਵੀ ਆਰਾਮ ਰਹੇਗਾ। ਨਹੀਂ, ਮੈਂ ਇੱਥੇ ਇਹ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਹੁਣੇ ਦੱਸਿਆ ਕਿ ਗਵਰਨਮੈਂਟ ਨੇ ਇੱਕੋ ਵਾਰੀ ਲਿਸਟ ਕੱਢੀ, ਹੁਣ ਉਹਨੂੰ ਹੀ ਰੈਪਲੀਕੇਟ ਕਰ ਰਹੀ ਹੈ, ਰਿਪੀਟ ਕਰ ਰਹੀ ਹੈ। ਫਿਰ ਜੇ ਪਤਾ ਹੀ ਹੈ ਕਿ ਇਹੀ ਬੰਦਿਆਂ ਦਾ ਕੇਸ ਲੱਗਣਾ ਹੈ ਲੈਟਸ ਸੇ ਅਗਲੇ 2017 ਤੱਕ, ਤੇ ਫਿਰ ਕਿਉਂ ਹਰ ਵਾਰੀ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕਰਨਾ, ਇਨਫਰਾਸਟ੍ਰਕਚਰ ਯੂਜ਼ ਕਰਨਾ, ਕਲਾਇੰਟ ਨੂੰ ਵੀ ਹਰਾਸਮੈਂਟ? ਜੇ ਮੈਨੂੰ ਪਤਾ ਮੇਰਾ 2017 ਤੱਕ ਮੇਰੇ ਹੀ ਹਰ ਸਾਲ ਮੇਰਾ ਨੰਬਰ ਆਉਣਾ ਹੈ, ਤੇ ਮੈਨੂੰ ਅੱਜ ਹੀ ਕਿਉਂ ਨਹੀਂ ਆਪਸ਼ਨ ਦੇ ਦਿੱਤੀ ਜਾਂਦੀ ਕਿ ਭਾਈ ਆਹ ਫੜ, ਹਰਾਸਮੈਂਟ ਮੇਰੀ ਵੀ ਬਚੇਗੀ, ਸਰਕਾਰੀ ਮਸ਼ੀਨਰੀ ਵੀ ਵਨ ਟਾਈਮ 'ਚ ਸੈਟਲਮੈਂਟ ਹੋਏਗੀ, ਟੈਕਸ ਤਾਂ ਮੈਂ ਹੀ ਦੇਣਾ ਨਾ, 2 ਸਾਲ ਬਾਅਦ ਵੀ ਮੈਂ ਦੇਣਾ, ਤੇ ਮੈਂ ਅੱਜ ਹੀ ਦੇ ਦਾਂਗਾ। ਮਾਈਟ ਵੀ ਇੱਦਾਂ ਦੀ, ਇਹਦੇ ਨਾਲ ਸਰਕਾਰ ਨੂੰ ਵੀ ਜਲਦੀ ਰੈਵਨਿਊ ਮਿਲੂਗਾ। ਉਹਦੇ ਲਈ ਇਹ ਕੀਤਾ ਜਾ ਸਕਦਾ ਹੈ, ਉਹਦੇ ਲਈ ਕੀਤਾ ਜਾ ਸਕਦਾ ਕਿਉਂਕਿ ਜਿਹੜੀ ਵੈਟ ਐਕਟ ਦੇ ਵਿੱਚ ਜਿਹੜੀ ਅਸੈਸਮੈਂਟ ਦੀ ਪ੍ਰੋਵੀਜ਼ਨ ਹੈ, ਉਹਦੇ 'ਚ ਉੱਪਰ ਕਮਿਸ਼ਨਰ ਸਾਹਿਬ ਕੋਲ ਪਾਵਰ ਹੈ ਵੀ ਉਹ ਕਿਹੜੇ ਕੇਸ ਕਦੋਂ ਲਗਵਾਉਣੇ ਨੇ। ਉਹਦੇ ਲਈ ਇਹ ਕੀਤਾ ਜਾ ਸਕਦਾ ਕਿ ਉਹ ਇਨ ਐਡਵਾਂਸ ਹੀ ਸਾਰੇ ਸਾਲਾਂ ਦੀ ਲਿਸਟ ਵੀ ਹੁਣੇ ਪੋਰਟਲ ਦੇ ਉੱਤੇ ਪਵਾ ਦੇਣ, ਤੇ ਹੁਣੇ ਹੀ ਸਾਰੇ ਕੇਸਾਂ ਦੇ ਬਾਰੇ ਉਹਨਾਂ ਨੂੰ ਕਿਹਾ ਜਾਏ ਔਰ ਕੇਸ ਲਗਾ ਦਿੱਤੇ ਜਾਣ, ਤਾਂ ਕਿ ਫਿਰ ਜਿਹਦਾ ਕੇਸ ਪਹਿਲਾਂ ਹੈਗਾ ਉਹ ਜਲਦੀ ਤੋਂ ਜਲਦੀ ਸਾਰੇ ਕੇਸ ਨਿਬੜ ਸਕਣ। ਅਦਰਵਾਈਜ਼ ਸਾਲ ਦੀ ਵੇਟ ਤਾਂ ਫਿਰ ਸਾਰਿਆਂ ਨੂੰ ਕਰਨੀ ਪਏਗੀ ਔਰ ਸਾਲ ਇਹ ਲੇਟ ਹੋਏਗਾ। ਇਹ ਇਨ ਐਡਵਾਂਸ ਕੀਤਾ ਜਾ ਸਕਦਾ ਹੈ। 13, 14, 15, 16 ਸਾਰਿਆਂ ਦੇ ਨੋਟਿਸ ਹੁਣ ਇਸ਼ੂ ਕਰਤੇ ਜਾਣ, ਸਾਰਿਆਂ ਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਕੇਸ ਪੁਰਾਣੇ ਸਾਲ ਦਾ ਲੱਗਿਆ ਹੋਇਆ। ਔਰ ਇਹ ਜ਼ਰੂਰੀ ਨਹੀਂ ਹੈਗਾ ਕਿ ਇੱਕ ਬੰਦੇ ਦੇ ਹੀ ਸਾਰੇ ਲੱਗਣਗੇ, ਕਿਉਂਕਿ ਜਿੱਦਾਂ ਮੈਂ ਦੱਸਿਆ ਸਿਲੈਕਸ਼ਨ ਅਲੱਗ-ਅਲੱਗ ਤਰੀਕੇ ਨਾਲ ਕੀਤੀ ਜਾਏਗੀ ਔਰ ਇੱਕੋ ਵਾਰੀ ਸਿਲੈਕਸ਼ਨ ਹੋ ਜਾਏ, ਇੱਕੋ ਵਾਰੀ ਕੇਸ ਦੀ ਪਤਾ ਲੱਗ ਜਾਏ ਔਰ ਆਪਣੀ ਉਹ ਤਿਆਰੀ 'ਚ ਲੱਗ ਜਾਣ, ਔਰ ਉਹਦੇ ਲਈ ਸਟੈਚੂਟਰੀ ਟਾਈਮ ਹੈਗਾ। ਬਿਲਕੁਲ, ਜਿਵੇਂ ਕੋਵਿਡ ਆ ਗਿਆ, 2 ਸਾਲ ਸਭ ਦੇ ਵੇਸਟ ਹੋ ਗਏ, 2 ਸਾਲ ਅਸੀਂ ਇੱਕ ਦੂਜੇ ਨਾਲ ਡਿਸਕਨੈਕਟ ਹੋ ਗਏ। ਸੋ ਬਹੁਤ ਸਾਰੇ
ਕਲਾਇੰਟਸ ਬਚੇ ਹੀ ਨਹੀਂ, ਉਹਨਾਂ ਦੇ ਬਿਜ਼ਨਸ ਖਤਮ ਹੋ ਗਏ ਜਾਂ ਬਹੁਤ ਸਾਰੇ ਇੱਦਾਂ। ਸੋ ਸਾਨੂੰ ਪਹਿਲਾਂ ਹੀ ਮੈਂਟਲੀ ਪ੍ਰਪੇਅਰ ਹੋਵਾਂਗੇ। ਅੱਛਾ, ਕੋਵਿਡ ਹਜੇ ਗਿਆ ਵੀ ਨਹੀਂ ਹੈ, ਸਾਨੂੰ ਇਹ ਵੀ ਨਹੀਂ ਪਤਾ ਕਿ ਕਿੰਨਾ ਕੁ ਟਾਈਮ ਸਾਨੂੰ ਮਿਲਣਾ ਹੈ, ਅਗਲੀ ਬ੍ਰੇਕ ਕਿੰਨੀ ਦੀ ਹੈ, ਫਿਰ ਕਿਤੇ ਸਾਨੂੰ ਲੋਕਡਾਊਨ ਨਾਲ ਜਾਂ ਕਰੋਨਾ ਕਰਫਿਊ ਨਾਲ ਝੇਲਣਾ ਪੈ ਜੇ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਸਰਕਾਰ ਨੂੰ ਵੀ ਚਾਹੀਦਾ ਕਿ ਸਾਨੂੰ ਇੱਕ ਨੈਕਸਟ ਲੈਵਲ 'ਤੇ ਜਾ ਕੇ ਸੋਚਣ ਦੀ ਲੋੜ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਦੱਸੋ। ਇਹਦੇ ਬਾਰੇ ਮੈਂ ਵੈਟ ਅਸੈਸਮੈਂਟ ਬਾਰੇ ਇਹੀ ਕਹਿਣਾ ਕਿ ਕਿਉਂਕਿ ਇਹ ਸਟੈਚੂਟਰੀ ਪ੍ਰੋਵੀਜ਼ਨਸ ਨੇ ਕਿ ਹਰ ਸਾਲ ਦੇ ਕੇਸ ਲੱਗਣੇ ਨੇ, ਇਹਦੇ 'ਚ ਇਮੀਡੀਏਟਲੀ ਕੋਈ ਸਰਕਾਰ ਜੇ ਚਾਹੇ ਤਾਂ ਐਜ਼ ਸੱਚ ਕੁਝ ਨਹੀਂ ਕਰ ਸਕਦੀ ਸਿਵਾਏ ਇਸ ਤੋਂ, ਕਿਉਂਕਿ ਸਰਕਾਰ ਇਹ ਪ੍ਰਜ਼ਿਊਮ ਕਰਦੀ ਹੈ ਕਿ ਜਿਹੜੇ ਬੰਦਿਆਂ ਨੇ ਇਹਨਾਂ ਸਾਲਾਂ 'ਚ ਬਿਜ਼ਨਸ ਕੀਤਾ ਹੋਇਆ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਅਸੈਸਮੈਂਟ ਕਰਵਾਉਣਗੇ। ਇਹ ਸਰਕਾਰ ਦੀ ਡਿਸਕ੍ਰਿਸ਼ਨ ਹੈ ਕਿ ਉਹਦੇ 'ਚ ਕਿਹਦਾ ਕੇਸ ਲਗਾਉਣਾ ਹੈ, ਕਿਹਦਾ ਨਹੀਂ ਲਗਾਉਣਾ, ਉਹਦੀ ਇਹ ਪਾਲਿਸੀ ਹੈ। ਲੇਕਿਨ ਪ੍ਰਜ਼ੰਪਸ਼ਨ ਇਹ ਹੈ ਕਿ ਹਰ ਬੰਦਾ ਦੀ ਡਿਊਟੀ ਹੈ ਕਿ ਉਹ ਆਪਣੇ ਕੇਸ ਦੀ ਤਿਆਰੀ ਕਰੇ। ਪਰ ਚੂੰਕਿ ਇਹ ਐਕਸੈਪਸ਼ਨਲ ਸਰਕਮਸਟਾਂਸਿਸ ਨੇ ਕੋਵਿਡ ਵਾਲੇ, ਇਹਦੇ 'ਚ ਥੋੜ੍ਹੀ ਜਿਹੀ ਰਿਆਇਤ ਇਹ ਹੋ ਸਕਦੀ ਹੈ ਕਿ ਜੇ ਹਰ ਬੰਦੇ ਨੂੰ ਇਹ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਆਹ ਵਾਲਾ ਕੇਸ ਜਿਹੜਾ ਮੇਰਾ ਲੱਗਣ ਵਾਲਾ ਹੈ ਔਰ ਮੈਨੂੰ ਇਹਦੀ ਤਿਆਰੀ ਕਰ ਲੈਣੀ ਚਾਹੀਦੀ ਹੈ, ਤਾਂ ਬਾਕੀ ਬੰਦੇ ਆਰਾਮ ਨਾਲ ਰਹਿ ਸਕਦੇ ਨੇ। ਔਰ ਕਾਫੀ ਜਨਤਾ ਜਾਂ ਕਾਫੀ ਡੀਲਰ ਜਿਹੜੇ ਨੇ ਉਹ ਆਰਾਮ ਨਾਲ ਰਹਿ ਸਕਦੇ ਨੇ ਕਿ ਉਹਨਾਂ ਦਾ ਉਹ ਵਾਲਾ ਕੇਸ ਰਿਲੈਕਸ ਹੋ ਜਾਣਗੇ ਕਿ ਉਹ ਕੇਸ ਨਹੀਂ ਕਰੋ, ਆਪਣੇ ਬਿਜ਼ਨਸ ਵੱਲ ਧਿਆਨ ਦੇ ਸਕਦੇ ਨੇ ਜਿਹੜਾ ਕਰੰਟ ਬਿਜ਼ਨਸ ਚੱਲ ਰਿਹਾ। ਫਿਲਹਾਲ ਜਿਹੜੀ ਇੱਕ ਡੇਟ ਲਾਸਟ ਡੇਟ ਦਿੱਤੀ ਗਈ ਸੀ ਆ ਜਿਹੜੇ ਵਨ ਟਾਈਮ ਸੈਟਲਮੈਂਟ ਦੀ, ਉਹਦਾ ਕੀ ਬਣਿਆ ਤੇ ਉਹਦੇ ਤੇ ਕੀ ਨੈਟ ਸੈਲ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋਇਆ? ਨਹੀਂ, ਇਹਦੇ 'ਚ ਗਵਰਨਮੈਂਟ ਨੇ ਜਿਹੜੇ ਪਿਛਲੇ ਫਾਈਨੈਂਸ਼ੀਅਲ ਈਅਰ 13-14 ਦੇ ਜਿਹੜੇ ਕੇਸ ਨਿਕਾਲੇ ਸੀਗੇ ਉਹ ਤਕਰੀਬਨ ਸਾਰੀ ਲਾਸਟ ਡੇਟ ਨਿਕਲ ਚੁੱਕੀ ਹੈ। ਜਿਨ੍ਹਾਂ ਦੇ ਕੇਸ ਕਰਨੇ ਸੀ ਉਹ ਕਰ ਦਿੱਤੇ, ਜਿਨ੍ਹਾਂ ਦੇ ਐਕਸਪਰਟੀ ਕਰਨੇ ਸੀ ਉਹ ਐਕਸਪਰਟੀ ਕਰ ਲਿੱਤੇ, ਔਰ ਹੁਣ 14-15 ਦੇ ਨੋਟਿਸ ਕੱਢ ਦਿੱਤੇ ਹੋਏ ਨੇ। ਹੁਣ 14-15 ਦੀ ਲਾਸਟ ਡੇਟ ਜਿਹੜੀ ਹੈ ਫॉर ਦੀ ਟਾਈਮਿੰਗ ਉਹ ਇਹੀ ਹੈਗੀ ਹੈ 20/11/2021, ਤਾਂ 20/11/2021 ਤੱਕ ਉਹ ਸਾਰੇ ਕੇਸ 14-15 ਦੇ ਅਸੀਂ ਕਰਨੇ ਨੇ। ਪਰ ਐਕਸਪੈਕਟਡ ਇਹੀ ਹੈ ਕਿ 15-16, 16-17, 17-18 ਦਾ ਫਸਟ ਕੁਆਰਟਰ ਤੱਕ ਸਾਰੇ ਕੇਸ ਹੋਣੇ ਨੇ। ਇਹਦੇ ਲਈ ਇਹੀ ਸਮਝਿਆ ਜਾ ਸਕਦਾ, ਪ੍ਰਜ਼ੰਪਸ਼ਨ ਜੋ ਗਵਰਨਮੈਂਟ ਵੀ ਸਮਝਦੀ ਹੈ, ਜੋ ਅਸੀਂ ਵੀ ਸਮਝਦੇ ਹਾਂ ਔਰ ਜੋ ਵਪਾਰੀ ਨੂੰ ਵੀ ਸਮਝਦੀ ਹੈ ਕਿ ਬੇਸ਼ੱਕ ਉਹਨਾਂ ਦਾ ਕੇਸ ਹਜੇ ਸਿਲੈਕਸ਼ਨ 'ਚ ਆਇਆ ਹੈ ਜਾਂ ਨਹੀਂ ਆਇਆ, ਜਾਂ ਪੁਰਾਣੀ ਲਿਸਟ ਦੇ ਮੁਤਾਬਕ ਜਿਨ੍ਹਾਂ ਦਾ ਨਹੀਂ ਆਇਆ ਉਹ ਆਰਾਮ ਨਾਲ ਬੈਠੇ ਹੋਏ ਨੇ। ਜਿਨ੍ਹਾਂ ਦੇ ਆ ਚੁੱਕਿਆ ਉਹ ਕੇਸ ਦੀ ਤਿਆਰੀ ਕਰਨ। ਹਾਂ, ਉਹ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਉਹ ਕੇਸ ਕਿਉਂਕਿ ਰਿਪੀਟ ਹੋ ਰਹੇ ਨੇ, ਤਾਂ ਜੇ ਸਰਕਾਰ ਚਾਹੇ ਤਾਂ ਅਗਲੇ ਸਾਲਾਂ ਲਈ ਆਪਣਾ ਸਿਲੈਕਸ਼ਨ ਸਿਸਟਮ ਬਦਲ ਸਕਦੀ ਹੈ ਤਾਂ ਕਿ ਹਰ ਬੰਦੇ ਦਾ ਚਾਂਸ ਹੋਵੇ ਵੀ ਉਹਦਾ ਕੇਸ ਲੱਗ ਸਕਦਾ, ਔਰ ਹਰ ਬੰਦੇ ਦਾ ਕੇਸ ਰਿਪੀਟ ਨਹੀਂ ਹੋਏਗਾ, ਤਾਂ ਜਿਹਦਾ ਆਲਰੇਡੀ ਹੋ ਚੁੱਕਿਆ ਉਹ ਆਰਾਮ ਨਾਲ ਬੈਠ ਸਕੇਗਾ। ਥੈਂਕ ਯੂ ਸਰ। ਤੇ ਦੋਸਤੋ ਇਹ ਸੀਗੇ CA ਅਸ਼ੋਕ ਭਾਟੀਆ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਵੈਟ ਅਸੈਸਮੈਂਟ 'ਤੇ ਕੀ ਚੀਜ਼ਾਂ ਹੈਗੀਆਂ, ਵੈਟ ਅਸੈਸਮੈਂਟ ਪਾਲਿਸੀ ਜਿਹੜੀ ਆਈ ਉਹਦਾ ਕੀ ਬੈਨੀਫਿਟ ਹੋਇਆ ਔਰ ਕਿੱਦਾਂ ਉਹਦਾ ਹੋਰ ਵੀ ਬੈਨੀਫਿਟ ਕੀਤਾ ਜਾ ਸਕਦਾ ਹੈ ਅਗਲੇ ਈਅਰ ਸੀ ਵੀ ਅਸੈਸਮੈਂਟ ਨੂੰ। ਜੇ ਸਰਕਾਰ ਚਾਹਵੇ ਤਾਂ ਪ੍ਰੀਜ਼ੰਪਸ਼ਨ 'ਤੇ ਲੈ ਕੇ ਕੋਸ਼ਿਸ਼ ਕਰ ਸਕਦੀ ਹੈ ਕੰਜ਼ਿਊਮਰ ਨੂੰ ਰਾਹਤ ਦੇਣ ਦੀ, ਕਿਉਂਕਿ ਦੂਸਰੇ ਪਾਸੇ ਕੋਵਿਡ ਚੱਲ ਰਿਹਾ। ਸੋ ਇਹੋ ਜਿਹੇ ਮਾਹੌਲ 'ਚ ਪ੍ਰੀਜ਼ੰਪਸ਼ਨ ਕੀਤੀ ਜਾ ਸਕਦੀ ਹੈ। ਸੋ ਇਹ ਸੀ ਇਹਨਾਂ ਦੀ ਰਾਏ ਐਕਸਪਰਟ ਦੀ। ਇੱਦਾਂ ਹੀ ਅਲੱਗ-ਅਲੱਗ ਮੁੱਦਿਆਂ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।